श्री वाहिगुरु साहिब जी। एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। बेसुमार अथाह अगनत अतुलै ज्यों लावहो त्यों नानक दास बोलै। बेसुमार अथाह अगनत अतुलै ज्यों बुलावहो त्यों नानक दास बोलै। वाहिगुरु सतनाम श्री वाहिगुरु साहिब जी। सतनाम श्री वाहिगुरु साहिब जीओ। सुनिए सिद्ध पीर सुरनाथ सुनिए धरत धवल आकाश सुनिए सिद्ध पीर सुरनाथ सुनिए धरत धवल आकाश सुनिए दीप लो पाताल सुनिए पोहि न सकै काल। नानक भगता सदा विगास सुनिए दुख पाप का नास। नानक भगता सदा विगास सुनिए दुख पाप का नास। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज कलयुग के तारणहारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दी पावन पवित्र हजूरी अंदर सज बैठे गुरु खालसा साध संगत जीओ। सतगुरु जी की अपार बख्शिश का सदका
ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਇਲਾਹੀ ਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਸ਼ਰਧਾ ਭਾਵਨਾ ਸਤਿਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਜਪਜੀ ਸਾਹਿਬ ਬਾਣੀ ਸਿੱਧਾਂ ਦੇ ਨਾਲ ਗੋਸ਼ਟ ਵਿਚਾਰ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। 6 ਪੌੜੀਆਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਜਿਵੇਂ ਜਿਵੇਂ ਸਿੱਧਾਂ ਨੇ ਸਵਾਲ ਕੀਤੇ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਯੋਗ ਉੱਤਰ ਦੇ ਕਰਕੇ ਸ਼ੰਕਿਆਂ ਦੀ ਨਿਵਰਤੀ ਕੀਤੀ ਹੈ। ਔਰ ਜਿਵੇਂ 7ਵੀਂ ਪੌੜੀ ਦੇ ਅੰਦਰ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਆਈ ਪੰਥ ਵਿੱਚ ਮਿਲ ਜਾਵੋ, ਤੁਹਾਨੂੰ ਕਰਾਮਾਤਾਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਵੇਗੀ। ਜਗਤ ਅੰਦਰ ਸਭ ਥਾਵਾਂ ਤੇ ਤੁਹਾਡਾ ਪ੍ਰਤਾਪ ਹੋਵੇਗਾ, ਲੋਕ ਤੁਹਾਡੀ ਜੈ ਜੈਕਾਰ ਕਰਨਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਇਹ ਦਰਸਾਇਆ, ਇਹ ਸਿੱਧੋ ਭਾਵੇਂ ਲੱਖਾਂ ਹੀ ਵਰੇ ਜਗਤ ਅੰਦਰ ਜੀਵਾਂ ਦੀ ਉਮਰ ਹੋ ਜਾਵੇ, ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਬਲ ਦੁਆਰਾ ਜਾਂ ਯੋਗ ਮਤ ਦੁਆਰਾ ਦਸਮ ਦਵਾਰ ਦੇ ਵਿਸ਼ਵਾਸ ਭਾਵੇਂ ਕੋਈ ਚੜਾ ਕਰਕੇ ਬੈਠਾ ਰਹੇ, ਪਰ ਪਰਮੇਸ਼ਰ ਦੇ ਸਿਮਰਨ ਕੀਤੇ ਬਿਨਾਂ ਕਦੇ ਜੀਵਨ ਕਿਰਤਾਰਥ ਨਹੀਂ ਕੀਤਾ ਜਾ ਸਕਦਾ। ਫਿਰ ਜੋ ਜਗਤ ਦੇ ਲੋਕ ਬੜੀ ਆਓ ਭਗਤੀ ਕਰਦੇ ਆ ਕਰਾਮਾਤਾਂ ਤੋਂ ਪ੍ਰਭਾਵਿਤ ਹੋ ਕੇ, ਅੰਤ ਸਮੇਂ ਕੋਈ ਵੀ ਨੇੜੇ ਢੁਕਦਾ ਨਹੀਂ ਹੈ ਜੋ ਜੀਵ ਦਾ ਸਹਾਇਕ ਬਣ ਸਕੇ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਨਾਮ ਦਾ ਮਹਾਤਮ ਦਰਸਾਇਆ, ਫਿਰ ਬੇਨਤੀ ਕਰਦੇ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਮੇਸ਼ਰ ਦੇ ਸੱਚੇ ਨਾਮ ਦਾ ਸੁਣਨ ਦਾ ਕੀ ਮਹਾਤਮ ਹੈ, ਜਿਸ ਨਾਮ ਤੋਂ ਬਿਨਾਂ ਜੀਵਨ ਕਿਰਤਾਰਥ ਕੀਤਾ ਹੀ ਨਹੀਂ ਜਾ ਸਕਦਾ, ਉਸ ਨਾਮ ਨੂੰ ਸੁਣਨੇ ਦਾ ਕੀ ਮਹਾਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ 8ਵੀਂ ਪੌੜੀ ਦੇ ਅੰਦਰ ਸੁਣਨ ਦਾ ਮਹਾਤਮ ਦਰਸਾ ਰਹੇ ਹੈ। ਇਹ 4 ਪੌੜੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣਨ ਦੇ ਪ੍ਰਥਾਏ ਉਚਾਰਨ ਕੀਤੀਆਂ ਨੇ। 8ਵੀਂ ਪੌੜੀ ਹੈ, 9ਵੀਂ, 10ਵੀਂ ਅਤੇ 11ਵੀਂ। ਇਹ 4 ਪੌੜੀਆਂ ਸ਼ਰਵਣ ਭਗਤੀ ਦਾ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ, ਕਿਉਂਕਿ ਸਾਧ ਸੰਗਤ ਜੀ 9 ਪ੍ਰਕਾਰ ਦੀ ਭਗਤੀ ਮੰਨੀ ਹੈ। ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ, ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਨ। ਸਭ ਤੋਂ ਉੱਤਮ ਭਗਤੀ ਸੁਣਨ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਦਰਸਾਈ ਹੈ, ਕਿਉਂਕਿ ਜਿੰਨੀ ਦੇਰ ਤੱਕ ਮਨੁੱਖ ਦੇ ਹਿਰਦੇ ਅੰਦਰ ਗਿਆਨ ਨਹੀਂ ਆਉਂਦਾ, ਉਨੀ ਦੇਰ ਤੱਕ ਪਰਮਾਰਥ ਦੇ ਰਸਤੇ ਤੇ ਨਹੀਂ ਚੱਲ ਸਕਦਾ। ਤੇ ਗਿਆਨ ਦੀ ਪਹਿਲੀ ਸਟੇਜ ਹੀ ਸਾਧ ਸੰਗਤ ਜੀ ਸੁਣਨ ਦੀ ਹੈ। ਜੇ ਗਿਆਨ ਪ੍ਰਾਪਤ ਕਰਨਾ ਹੈ ਤੇ ਸਭ ਤੋਂ ਪਹਿਲਾਂ ਸੁਣਨ ਦਾ ਇਹ ਸ਼ਰਵਣ ਭਗਤੀ ਕਰਨੀ ਪਵੇਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਨੂੰ ਸੁਣ ਕੇ ਤਾਂ ਹੀ ਹਿਰਦੇ ਅੰਦਰ ਧਾਰਨ ਕੀਤਾ ਜਾ ਸਕਦਾ ਹੈ। ਜੇ ਸੁਣਿਆ ਹੀ ਨਾ ਹੋਵੇਗਾ ਤੇ ਹਿਰਦੇ ਅੰਦਰ ਕਿਵੇਂ ਸਤਿਗੁਰੂ ਜੀ ਦਾ ਬਚਨ ਧਾਰਨ ਕੀਤਾ ਜਾ ਸਕਦਾ ਹੈ। ਫਿਰ ਉਹਦੇ ਤੋਂ ਅੱਗੇ ਮੰਨਣ ਕਿਵੇਂ ਹਿਰਦੇ ਅੰਦਰ ਮੰਨਿਆ ਜਾ ਸਕਦਾ ਹੈ, ਮੰਨ ਕੇ ਫਿਰ ਜੀਵਨ ਦੇ ਅੰਦਰ ਨਿਧਿਆਸਣ ਕਮਾਈ ਕਿਵੇਂ ਕੀਤੀ ਜਾ ਸਕਦੀ ਹੈ। ਉਹ ਫਿਰ ਅਗਲੇ ਸਾਧ ਸੰਗਤ ਜੀ ਸਟੇਜਾਂ ਨੇ। ਔਰ ਸਭ ਤੋਂ ਪਹਿਲੇ ਜਿਹੜੀ ਸਟੇਜ ਹੈ ਗਿਆਨ ਦੀ ਪ੍ਰਾਪਤੀ ਦੀ, ਉਹ ਹੈ ਸ਼ਰਵਣ ਭਗਤੀ, ਜਿਸ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਨੇ ਸਾਧ ਸੰਗਤ ਦੇ ਸਿੱਧਾਂ ਦੇ ਪ੍ਰਥਾਏ ਉਚਾਰਨ ਕਰਕੇ ਇਹ ਮਹਾਤਮ ਦਰਸਾਇਆ ਕਿ ਸਭ ਤੋਂ ਉੱਤਮ ਐਸੀ ਪਰਮੇਸ਼ਰ ਦੇ ਨਾਮ ਦੇ ਸੁਣਨ ਦੀ ਇਹ ਭਗਤੀ ਹੈ। ਔਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਕਿੰਨਾ ਵੱਡਾ ਇਹ ਮਹਾਤਮ ਦਰਸਾਇਆ ਹੈ। ਕਿਉਂਕਿ ਸਾਧ ਸੰਗਤ ਜੀ, ਜੋ ਉਪਦੇਸ਼ ਕਿਸੇ ਨੂੰ ਦੇ ਲੈਣਾ ਇਹ ਤਾਂ ਹੰਕਾਰ ਦੇ ਸਹਿਤ ਬੜਾ ਸੌਖਾ ਹੁੰਦਾ ਹੈ, ਸੁਣਨਾ ਬੜਾ ਕਠਿਨ ਹੈ। ਇਸ ਲਈ ਸੁਣਨ ਦੀ ਜਿਹੜੀ ਭਗਤੀ ਹੈ ਨਾ, ਸਭ ਤੋਂ ਉੱਤਮ ਸਭ ਤੋਂ ਸ੍ਰੇਸ਼ਟ ਇਹ ਮੰਨੀ ਗਈ ਹੈ। ਸੋ ਆਓ ਸਾਧ ਸੰਗਤ ਜੀ, ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਾਵਨ ਉਪਦੇਸ਼ ਸੁਣ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਭਾਵਨਾ ਦੇ ਸਹਿਤ ਸੀਸ ਝੁਕਾਵੋ, ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਐ ਸਿੱਧ ਪੀਰ ਸੁਰਨਾਥ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ। ਹੇ ਸਿੱਧੋ, ਜੋ ਤੁਹਾਡੇ ਪੀਰ ਹਨ, ਤੁਹਾਡੇ ਸਿੱਧ ਹਨ, ਔਰ ਜਗਤ ਦੇ ਅੰਦਰ ਜਿਹੜੇ ਨਾਥ ਨੌ ਨਾਥ ਮੰਨੇ ਗਏ ਹੈ, ਫਿਰ ਸੁਰ ਦੇਵਤੇ ਹਨ। ਇਹ ਸਾਰਾ ਇਹਨਾਂ ਦਾ ਗਿਆਨ ਤਾਂ ਪ੍ਰਾਪਤ ਹੁੰਦਾ ਹੈ ਕਿ 84 ਸਿੱਧ ਹਨ, 9 ਨਾਥ ਹਨ, ਫਿਰ 33 ਕਰੋੜ ਦੇਵਤੇ ਹਨ। ਜੇ ਪਰਮੇਸ਼ਰ ਦੇ ਨਾਮ ਦਾ ਸੁਣਨ ਕੀਤਾ ਜਾਵੇ ਤਾਂ ਸ਼ਰਵਣ ਦਾ ਇਹ ਭਾਰੀ ਮਹਾਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੁਣਿਆ ਸਿੱਧ ਪੀਰ ਸੁਰਨਾਥ। ਇਹ ਜੋ 84 ਸਿੱਧ ਹਨ, ਜਿਨ੍ਹਾਂ ਨੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਸਿੱਧ ਕੀਤਾ ਹੋਇਆ, ਪਰਮੇਸ਼ਰ ਦੇ ਨਾਮ ਦੇ ਸ਼ਰਵਣ ਕਰਨੇ ਕਰਕੇ ਹੀ ਐਸੀ ਦਾਤ ਇਹਨਾਂ ਨੂੰ ਪ੍ਰਾਪਤ ਹੋਈ ਹੈ। ਔਰ ਹਜੂਰ ਨੇ ਫਰਮਾਨ ਕੀਤਾ, ਸੁਰ ਜੋ ਦੇਵਤੇ ਹੈ, ਜਿਨ੍ਹਾਂ ਨੂੰ ਸਵਰਗਪੁਰੀ ਦੇ ਵਿੱਚ ਐਸਾ ਸੁੱਖ ਪ੍ਰਾਪਤ ਹੋਇਆ, ਐਸੇ ਜਿਹੜੇ ਉਹਨਾਂ ਨੂੰ ਸੁੱਖ ਮਿਲੇ ਹੋਏ ਆ, ਉਹ ਵੀ ਪਰਮੇਸ਼ਰ ਦੇ ਨਾਮ ਦੇ ਸੁਣਨੇ ਕਰਕੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਸੁਣਿਆ ਸਿੱਧ ਪੀਰ ਸੁਰਨਾਥ। ਤੇ ਪੀਰ ਸਾਧ ਸੰਗਤ ਜੀ ਵੱਡੇ ਨੂੰ ਆਖਿਆ ਜਾਂਦਾ ਹੈ। ਇਸਲਾਮ ਦੇ ਵਿੱਚ ਪੀਰ ਜਿਵੇਂ ਅਸੀਂ ਗੁਰੂ ਆਖਦੇ ਹਾਂ, ਇਸਲਾਮ ਦੇ ਵਿੱਚ ਪੀਰ ਆਖਿਆ ਜਾਂਦਾ ਹੈ। ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਬਚਨ ਕੀਤੇ ਆ, ਜਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸਲਾਮ ਮਤ ਵਾਲੇ ਜੋ ਲੋਕ ਹਨ, ਉਹ ਪੀਰ ਕਰਕੇ ਸਤਿਗੁਰੂ ਜੀ ਨੂੰ ਨਿਵਾਜਦੇ ਆ, ਮਾਣ ਸਤਿਕਾਰ ਕਰਦੇ ਹਨ, ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਝੁਕਾਉਂਦੇ ਆ। ਸੋ ਇਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਫਿਰ ਇਹ ਪੰਕਤੀ ਪੜੋ। ਸੁਣਿਐ ਸਿੱਧ ਪੀਰ ਸੁਰਨਾਥ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸ਼ਰਵਣ ਕੀਤਾ ਹੈ, ਹਜੂਰ ਕਹਿੰਦੇ ਹਨ, ਉਹਨਾਂ ਨੇ ਜਗਤ ਦੀਆਂ ਹਰ ਪ੍ਰਕਾਰ ਦੀਆਂ ਪੀੜਾਂ ਨੂੰ ਸਿੱਧ ਸਾਧ ਲੈਣਾ ਕੀਤਾ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਔਰ ਕਹਿੰਦੇ ਹਨ, ਸੁਰ ਦੇਵਤਿਆਂ ਦੇ ਵੀ ਉਹਨਾਂ ਨੇ ਮਾਲਕ ਬਣ ਜਾਣਾ ਕੀਤਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸ਼ਰਵਣ ਕਰਨਾ ਕੀਤਾ, ਐਸੀ ਸ਼ਰਵਣ ਭਗਤੀ ਜਿਨ੍ਹਾਂ ਗੁਰਮੁਖਾਂ ਨੇ ਕੀਤੀ ਹੈ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਹਨ, ਜਿਵੇਂ ਸੁਰ ਦੇਵਤੇ ਹੈ ਨਾ, ਇਹ ਸਾਧ ਸੰਗਤ ਜੀ ਦੇਵੀ ਸੰਪਦਾ ਜੋ ਹੈ ਨਾ, ਦਇਆ ਧਰਮ ਧੀਰਤਾ ਸ਼ੁਭ ਵਿਚਾਰ, ਇਹ ਦੇਵੀ ਸੰਪਦਾ ਦੇਵਤਿਆਂ ਦੇ ਨਾਲ ਸਾਧ ਸੰਗਤ ਜੀ ਕਥਨ ਕੀਤੀ ਜਾਂਦੀ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਦੇਵੀ ਸੰਪਦਾ ਨੂੰ ਧਾਰਨ ਕਰਕੇ ਦੇਵਤੇ ਆਦਿਕ ਦੇਵੀ ਸ਼ਕਤੀਆਂ ਦੇ ਵੀ ਨਾਥ ਮਾਲਕ ਬਣ ਜਾਣਾ ਕੀਤਾ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਹੈ, ਜਿਨ੍ਹਾਂ ਨੇ ਭਾਵ ਭਗਤੀ ਪਿਆਰ ਦੇ ਵਿੱਚ ਭੇਜ ਕੇ ਵਾਹਿਗੁਰੂ ਦੀ ਉੱਤਮ ਇਹ ਸਾਧ ਸੰਗਤ ਜੀ ਸ਼ਰਵਣ ਭਗਤੀ ਨੂੰ ਜੀਵਨ ਦੇ ਵਿੱਚ ਕਮਾਇਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਉਹਨਾਂ ਨੇ ਅਗਿਆਨ ਦੀ ਪੀੜਾ ਨੂੰ ਸਿੱਧ ਸਾਧ ਲੈਣਾ ਕੀਤਾ। ਜੰਮਣ ਮਰਨ ਦੀ ਪੀੜਾ ਨੂੰ ਉਹਨਾਂ ਨੇ ਸਾਧ ਲਿਆ, ਭਾਵ ਕੇ ਮਿਟਾ ਦਿੱਤਾ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਹੈ। ਔਰ ਇਸੇ ਪ੍ਰਕਾਰ ਜਿਹੜੇ 9 ਨਾਥ ਹੈ ਨਾ, ਗੋਪੀਨਾਥ, ਘੁੱਗੂਨਾਥ, ਚਰਪਰਨਾਥ, ਸਾਧ ਸੰਗਤ ਜੀ ਇਹਨਾਂ ਦਾ ਗਿਆਨ ਵੀ ਵਾਹਿਗੁਰੂ ਦੇ ਨਾਮ ਦੇ ਸਰਵਣ ਕਰਕੇ ਪ੍ਰਾਪਤ ਹੋਇਆ। ਇਹਨਾਂ ਨੇ ਜੋ ਗਿਆਨ ਦੀ ਪ੍ਰਾਪਤੀ ਕੀਤੀ ਹੈ,
ਜਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਸਿੱਧ ਕੀਤਾ ਹੈ, ਸਭ ਪਰਮੇਸ਼ਰ ਦੇ ਨਾਮ ਦੇ ਸਰਵਣ ਕਰਕੇ ਹੀ ਹੋਇਆ ਹੈ। ਸੁਣਿਐ ਧਰਤ ਧਵਲ ਆਕਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਧੋ ਪਰਮੇਸ਼ਰ ਦੇ ਨਾਮ ਦੇ ਸਰਵਣ ਕਰਨ ਦਾ ਕਿੰਨਾ ਭਾਰੀ ਮਹਾਤਮ ਹੈ। ਧਰਤੀ ਹੈ, ਆਕਾਸ਼ ਹੈ, ਧਵਲਾ ਹੈ, ਇਹਦੇ ਬਾਬਤ ਵੀ ਤਾਂ ਹੀ ਗਿਆਨ ਪ੍ਰਾਪਤ ਹੁੰਦਾ ਹੈ ਕਿ ਧਰਤੀ ਜਿਹੜੀ ਹੈ ਇੱਕ ਸਾਰ ਖਲੋਤੀ ਹੋਈ ਹੈ, ਔਰ ਆਕਾਸ਼ ਜੋ ਜਿਹਦਾ ਆਕਾਸ਼ ਉਹ ਵੀ ਨਿਰਾਹਾਰ ਖਲੋਤਾ ਹੋਇਆ ਹੈ। ਫਿਰ ਧਵਲਾ ਹੈ, ਉਹ ਧਰਤੀ ਨੂੰ ਪਰਮੇਸ਼ਰ ਦੀ ਸ਼ਕਤੀ ਦੁਆਰਾ ਚੁੱਕ ਕਰਕੇ ਖੜਿਆ, ਧਰਤੀ ਦੇ ਭਾਰ ਨੂੰ ਚੱਕਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਵਾਹਿਗੁਰੂ ਦੇ ਨਾਮ ਸਰਵਣ ਕਰਨੇ ਕਰਕੇ ਹੀ ਸਭ ਪ੍ਰਾਪਤ ਹੁੰਦਾ ਹੈ। ਫਿਰ ਇਸੇ ਪ੍ਰਕਾਰ ਹੀ ਪੰਕਤੀ ਪੜੋ। ਸੁਣਿਐ ਧਰਤ ਧਵਲ ਆਕਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਵਾਹਿਗੁਰੂ ਦੇ ਨਾਮ ਦਾ ਸਰਵਣ ਕਰਦੇ ਹਨ, ਧਰਤੀ ਰੂਪ ਸਾਧ ਸੰਗਤ ਉਹਨਾਂ ਦੀ ਜਿਹੜੀ ਬੁੱਧ ਹੈ ਉਹ ਧਵਲ ਉਜਲ ਹੋ ਜਾਂਦੀ ਹੈ, ਔਰ ਹਿਰਦਾ ਰੂਪੀ ਜੋ ਆਕਾਸ਼ ਹੈ ਉਹ ਵੀ ਜਿਹਦਾ ਆਕਾਸ਼ ਉਜਲ ਹੋ ਜਾਂਦਾ ਹੈ। ਜਿਹਦਾ ਆਕਾਸ਼ ਹਿਰਦੇ ਆਕਾਸ਼ ਦੇ ਅੰਦਰ ਹੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਸਾਖਸ਼ਾਤ ਕਰ ਲੈਂਦੇ ਹੈ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਹੈ, ਸੁਣਿਆ ਧਰਤ ਧਵਲ ਆਕਾਸ਼, ਧਰਤੀ ਦੀ ਤਰ੍ਹਾਂ ਉਹ ਨਿਮਰਤਾਵਾਨ ਗੁਰਮੁਖ ਪਿਆਰੇ ਹੋ ਜਾਂਦੇ ਨੇ ਜੋ ਭਾਵਨਾ ਦੇ ਨਾਲ ਵਾਹਿਗੁਰੂ ਦਾ ਨਾਮ ਸਰਵਣ ਕਰਦੇ ਹੈ, ਔਰ ਆਕਾਸ਼ ਦੀ ਤਰ੍ਹਾਂ ਪਰਮੇਸ਼ਰ ਨੂੰ ਸਰਬ ਵਿਆਪਕ ਜਾਣ ਲੈਂਦੇ ਹਨ। ਕਿ ਜਿਵੇਂ ਸਾਡੇ ਹਿਰਦੇ ਅੰਦਰ ਪਰਮੇਸ਼ਰ ਦਾ ਸਰੂਪ ਹੈ, ਤਿਵੇਂ ਹਰ ਪ੍ਰਕਾਰ ਦੇ ਸਭ ਜੀਵਾਂ ਦੇ ਅੰਦਰ, ਤਮਾਮ ਰੰਗਾਂ ਦੇ ਜੀਵ ਜੰਤੂਆਂ ਦੇ ਅੰਦਰ ਪਰਮੇਸ਼ਰ ਦਾ ਸਰੂਪ ਵਿਆਪਕ ਹੈ। ਸੁਣਿਆ ਧਰਤ ਧਵਲ ਆਕਾਸ਼। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਜੋ ਨਿਰਗੁਣ ਸਰੂਪ ਦੇ ਅੰਦਰ ਪਰਮੇਸ਼ਰ ਨੂੰ ਜਾਣਿਆ ਨਹੀਂ ਜਾ ਸਕਦਾ। ਕਿਹੋ ਜਿਹੇ ਰੂਪ ਰੇਖਾ ਰੰਗ ਜਾਤ ਪਾਤ ਕੁਝ ਕਥਨ ਕਰ ਹੀ ਨਹੀਂ ਸਕਦਾ। ਪਰ ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਨਾ ਕੀਤਾ ਹੈ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹਨ, ਤਿਨਾਂ ਦੇ ਹਿਰਦੇ ਆਕਾਸ਼ ਦੇ ਅੰਦਰ ਹੀ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਣਾ ਕੀਤਾ ਹੈ। ਸੁਣਿਐ ਦੀਪ ਪਾਤਾਲ। ਫਿਰ ਕਹਿੰਦੇ ਵਾਹਿਗੁਰੂ ਦੇ ਨਾਮ ਸਰਵਣ ਕਰਨੇ ਕਰਕੇ ਇਉਂ ਸਿੱਧ ਹੋ ਜਾਂਦਾ ਹੈ, ਐਸਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਜਿਵੇਂ 7 ਦੀਪ ਹਨ, ਫਿਰ 14 ਲੋਕ ਹਨ ਤੇ 7 ਪਾਤਾਲ ਹਨ। ਇਹਨਾਂ ਦੇ ਬਾਬਤ ਇਹਨਾਂ ਦੇ ਵਿੱਚ ਮਨੁੱਖਾਂ ਦੀ ਗਮਤਾ ਹੋ ਜਾਂਦੀ ਹੈ, ਭਾਵ ਪਾਤਾਲ ਦੇ ਵਿੱਚ ਵੀ ਉਹ ਮਨੁੱਖ ਦੀ ਗਮਤਾ ਹੋ ਜਾਂਦੀ ਹੈ, ਆਕਾਸ਼ਾਂ ਦੇ ਵਿੱਚ ਵੀ ਗਮਤਾ ਹੋ ਜਾਂਦੀ ਹੈ, 7 ਲੋਕਾਂ ਦੇ ਵਿੱਚ 7 ਦੀਪਾਂ ਦੇ ਵਿੱਚ ਗਮਤਾ ਹੋ ਜਾਂਦੀ ਹੈ। ਜਿਵੇਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਕਥਨ ਕੀਤਾ ਹੈ ਨਾ, ਜਿਵੇਂ ਇਹ ਸਾਧ ਸੰਗਤ ਜੀ ਇਹ ਭਾਰਤ ਖੰਡ ਹੈ, ਇਸੇ ਪ੍ਰਕਾਰ ਇਹ ਵੱਖੋ ਵੱਖਰੇ ਖੰਡ ਬਣੇ ਹੋਏ ਹਨ, 7 ਦੀਪ ਬਣੇ ਹੋਏ ਹੈ। ਔਰ ਇਉਂ ਹਜ਼ੂਰ ਨੇ ਫਰਮਾਨ ਕੀਤਾ, 7 ਆਕਾਸ਼ ਹੈ, 7 ਪਾਤਾਲ ਹੈ। 7 ਆਕਾਸ਼ 7 ਪਾਤਾਲ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖੇ, ਇਹਨਾਂ ਦੀ 14 ਗਿਣਤੀ ਕੀਤੀ ਜਾਂਦੀ ਹੈ। ਉਵੇਂ ਸਾਧ ਸੰਗਤ ਜੀ 3 ਪ੍ਰਕਾਰ ਦੇ 3 ਲੋਕਾਂ ਦੇ ਬਾਬਤ ਕਥਨ ਕਰਦੇ ਹਨ ਕਿ ਮਾਤ ਲੋਕ ਹੈ, ਪਾਤਾਲ ਲੋਕ ਹੈ ਤੇ ਆਕਾਸ਼ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ 3 ਲੋਕਾਂ ਦੇ ਤਾਈ, ਅਥਵਾ ਜਿਹੜੇ 14 ਲੋਕ ਮੰਨੇ ਹਨ, ਇਹਨਾਂ 14 ਲੋਕਾਂ ਦੇ ਤਰ੍ਹਾਂ ਸਾਧ ਸੰਗਤ ਜੀ ਹਰ ਪ੍ਰਕਾਰ ਸਭ ਥਾਵਾਂ ਤੇ ਜੀਵ ਦੀ ਗਮਤਾ ਹੋ ਜਾਂਦੀ ਹੈ। ਕਿਹੜੇ ਲੋਕ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ, ਕੀ ਵਰਤਦਾ ਸੀ, ਕੀ ਵਰਤ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਕੀ ਵਰਤਾਰਾ ਵਰਤੇਗਾ, ਐਸਾ ਗਿਆਨ ਅੰਤਰਜਾਮਤਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਵਾਹਿਗੁਰੂ ਦੇ ਨਾਮ ਦਾ ਸਰਵਣ ਕਰਦੇ ਹਨ। ਫਿਰ ਇਹੀ ਪੰਕਤੀ ਪੜੋ। ਸੁਣਿਐ ਦੀਪ ਲੋ ਪਾਤਾਲ। ਮਨ ਦਾ ਸੁਭਾਅ ਹੈ ਚੰਚਲ, ਦੀਪ ਦੀਵੇ ਦੀ ਲਾਟ ਦੀ ਤਰ੍ਹਾਂ ਮਨ ਬਾਰ-ਬਾਰ ਭਟਕਦਾ ਹੀ ਰਹਿੰਦਾ ਹੈ। ਦੀਵੇ ਦੀ ਲਾਟ ਕਦੇ ਟਿਕਦੀ ਨਹੀਂ, ਤਿਵੇਂ ਮਨ ਦਾ ਸੁਭਾਅ ਹੈ ਚੰਚਲ, ਬਾਰ-ਬਾਰ ਭਟਕਦਾ ਹੈ, ਕਦੇ ਇੱਧਰ ਜਾਂਦਾ ਕਦੇ ਉੱਧਰ, ਖਿਨ ਮਾਤਰ ਸਮੇਂ ਵਿੱਚ ਕਿਤੇ ਦਾ ਕਿਤੇ ਭਟਕ ਕੇ ਆ ਜਾਂਦਾ ਹੈ।
ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਹੈ, ਪਾ ਤਾਲ, ਤਾਲ ਨਾਮ ਹੈ ਸਰੂਪ ਦਾ ਤੇ ਪਾ ਨਾਮ ਹੈ ਪ੍ਰਾਪਤੀ ਦਾ, ਤਿਨ੍ਹਾਂ ਨੇ ਹਿਰਦੇ ਦੇ ਅੰਦਰ ਹੀ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ। ਇਸੇ ਪ੍ਰਕਾਰ ਇਹ ਪੰਕਤੀ ਫਿਰ ਸੁਣਿਐ ਦੀਪ ਲੋ ਪਾਤਾਲ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਹਨ ਕਿ ਜਿਹੜਾ ਲੋ ਨਾਮ ਹੈ ਪ੍ਰਕਾਸ਼ ਦਾ, ਦੀਵੇ ਦਾ ਪ੍ਰਕਾਸ਼ ਹੋਣੇ ਕਰਕੇ ਅੰਧੇਰਾ ਮਿਟ ਜਾਂਦਾ ਹੈ, ਤੇ ਵਾਹਿਗੁਰੂ ਦਾ ਨਾਮ ਦਾ ਸਰਵਣ ਕਰਨੇ ਕਰਕੇ ਅਗਿਆਨ ਦਾ ਹਨੇਰਾ ਦੇ ਵਿੱਚੋਂ ਮਿਟ ਜਾਂਦਾ ਹੈ, ਤੇ ਲੋ ਸਾਧ ਸੰਗਤ ਜੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਤਿੰਨਾਂ ਗੁਰਮੁਖਾਂ ਨੇ ਪਾ ਤਾਲ ਵਾਹਿਗੁਰੂ ਦੇ ਗਿਆਨ ਦਾ ਪ੍ਰਕਾਸ਼ ਹਿਰਦੇ ਵਿੱਚ ਪਾ ਲਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ। ਸੁਣਿਐ ਪੋਹਿ ਨ ਸਕੈ ਕਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨੇ ਕਰਕੇ ਕਾਲ ਵੀ ਜੀਵ ਨੂੰ ਪੋਹ ਨਹੀਂ ਸਕਦਾ। ਜਿਉਂਦਿਆਂ ਨੂੰ ਤਾਂ ਕੀ ਪਾਉਣਾ, ਮਰੇ ਹੋਏ ਵੀ ਜਿਉਂਦੇ ਹੋ ਜਾਂਦੇ ਐ ਪਰਮੇਸ਼ਰ ਦਾ ਨਾਮ ਸਰਵਣ ਕਰਨੇ ਕਰਕੇ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਬਾਬਾ ਅਟਲ ਰਾਏ ਜੀ, ਜਿਨ੍ਹਾਂ ਦੀ ਯਾਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਜੋ ਬਾਬਾ ਅਟਲ ਰਾਏ ਜੀ ਦਾ ਸਾਧ ਸੰਗਤ ਜੀ ਅਸਥਾਨ ਵੀ ਬਣਿਆ ਹੋਇਆ ਹੈ, ਉਸ ਪਵਿੱਤਰ ਧਰਤੀ ਤੇ ਆਪਣੇ ਹਾਣੀਆਂ ਦੇ ਨਾਲ ਛੋਟੀ ਉਮਰਾਂ ਦੇ ਵਿੱਚ ਖੇਡਦੇ ਭਾਈ ਸੋਇਨੇ ਖੱਤਰੀ ਦਾ ਪੁੱਤਰ ਸੀ ਸਾਧ ਸੰਗਤ ਜੀ ਭਾਈ ਮੋਹਨ। ਇਤਿਹਾਸ ਦੇ ਅੰਦਰ ਨਾਮ ਆਇਆ, ਹਰ ਰੋਜ਼ ਲੁਕਣ ਮਿੱਟੀ ਖੇਡਣੀ ਜਾਂ ਫਿਰ ਖੂੰਡੀ ਲੈ ਕਰਕੇ ਤੇ ਖਿੱਦੋ ਖੂੰਡੀ ਦੇ ਨਾਲ ਇਹ ਖੇਡਾਂ ਨੂੰ ਖੇਡਣਾ। ਸ਼ਾਮ ਦਾ ਵਕਤ ਸੀਗਾ ਤੇ ਸੋਇਨੇ ਖੱਤਰੀ ਦੇ ਪੁੱਤਰ ਦੀ ਸਾਧ ਸੰਗਤ ਭਾਈ ਮੋਹਨ ਦੀ ਸਿਰ ਬਾਜੀ ਆ ਗਈ। ਲੁਕਣ ਮਿੱਟੀ ਖੇਡ ਰਹੇ ਸਨ। ਜਦੋਂ ਬਾਜੀ ਆਈ ਤੇ ਹਨੇਰਾ ਹੋਣ ਵਾਲਾ ਹੈ, ਤੇ ਬਾਬਾ ਅਟਲ ਰਾਏ ਜੀ ਕਹਿੰਦੇ ਤੇਰੇ ਸਿਰ ਬਾਜੀ ਕੱਲ ਨੂੰ ਆ ਕਰਕੇ ਦੇਵੀਂ। ਰਾਤ ਦੇ ਸਮੇਂ ਕੋਈ ਐਸਾ ਭਾਣਾ ਵਰਤਿਆ, ਸੱਪ ਲੜ ਕੇ ਭਾਈ ਮੋਹਨ ਦੀ ਮੌਤ ਹੋ ਗਈ। ਸਵੇਰ ਦੇ ਉਸੇ ਸਮੇਂ ਖੇਡਣ ਦਾ ਸਮਾਂ ਹੋਇਆ ਤੇ ਸਾਰੇ ਬਾਲਕ ਉੱਥੇ ਆ ਗਏ ਤੇ ਭਾਈ ਮੋਹਨ ਨਾ ਆਇਆ। ਜਦੋਂ ਬਾਬਾ ਅਟਲ ਰਾਏ ਜੀ ਨੇ ਪੁੱਛਿਆ ਤੇ ਨਾਲ ਦੇ ਸਾਥੀ ਕਹਿਣ ਲੱਗੇ, ਬਾਬਾ ਜੀ ਭਾਈ ਮੋਹਨ ਜੀ ਤਾਂ ਰਾਤੀ ਸੱਪ ਲੜ ਕੇ ਮੌਤ ਹੋ ਗਈ। ਕਹਿਣ ਲੱਗੇ ਇਹ ਕਿਵੇਂ ਹੋ ਗਿਆ? ਉਹਦੇ ਸਿਰ ਤਾਂ ਬਾਜੀ ਸੀ, ਅਸੀਂ ਬਾਜੀ ਉਹਦੇ ਕੋਲ ਅੱਜ ਲੈਣੀ ਸੀ। ਤੇ ਉਸੇ ਸਮੇਂ ਸੋਇਨੇ ਖੱਤਰੀ ਦੇ ਘਰ ਦੇ ਵਿੱਚ ਗਏ ਬਾਬਾ ਅਟਲ ਰਾਏ ਜੀ, ਜਿਹੜੀ ਖੂੰਡੀ ਫੜੀ ਹੋਈ ਸੀ ਹੱਥ ਦੇ ਵਿੱਚ, ਗਲ ਦੇ ਵਿੱਚ ਪਾਈ ਤੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਨਾਮ ਉਚਾਰਨ ਕੀਤਾ। ਕੰਨਾਂ ਵਿੱਚ ਆਵਾਜ਼ ਪਾਈ ਤੇ ਗਲ ਵਿੱਚ ਖੂੰਡੀ ਪਾ ਕੇ ਕਹਿੰਦੇ ਉੱਠ ਮੋਹਨ ਤੇਰੇ ਸਿਰ ਬਾਜੀ ਹੈ। ਆਵਾਜ਼ ਸੁਣਨੇ ਕਰਕੇ ਪਰਮੇਸ਼ਰ ਦੇ ਨਾਮ ਦੀ ਭਾਈ ਮੋਹਨ ਉਸੇ ਸਮੇਂ ਉੱਠ ਕੇ ਬੈਠ ਗਿਆ। ਸਾਧ ਸੰਗਤ ਜੀ, ਜਿਉਂਦਿਆਂ ਨੂੰ ਤਾਂ ਕਾਲ ਨੇ ਕੀ ਪੁੱਛਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਮਰੇ ਹੋਏ ਵੀ ਜਿਉਂਦੇ ਹੋ ਜਾਂਦੇ ਪਰਮੇਸ਼ਰ ਦਾ ਨਾਮ ਸਰਵਣ ਕਰ ਲੈਣ ਤਾਂ। ਐਸੀ ਸ਼ਕਤੀ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ। ਸੁਣਿਆ ਪੋਹ ਨਾ ਸਕੈ ਕਾਲ, ਉਹਨਾਂ ਨੂੰ ਕਾਲ ਪੋਹ ਨਹੀਂ ਸਕਦਾ। ਕਾਲ ਉਹਨਾਂ ਨੂੰ ਆਪਣੇ ਅਧੀਨ ਨਹੀਂ ਕਰ ਸਕਦਾ। ਕਾਲ ਐਸਾ ਬਲਵਾਨ ਹੈ। ਸਤਿਗੁਰੂ ਜੀ ਨੇ ਭਗਤ ਰਸਨਾ ਦੁਆਰਾ ਬਚਨ ਕੀਤੇ ਹੈ। ਕਹਿੰਦੇ ਹਨ ਕਿ ਭਾਵੇਂ ਰਾਜਾ ਹੋਵੇ ਪਰਜਾ ਹੋਵੇ, ਸਭ ਨੂੰ ਸਮਾਨ ਜਾਣ ਕਰਕੇ ਸਮਾਂ ਆਉਣ ਤੇ ਮਾਰ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਸੁਣਿਆ ਪੋਹ ਨਾ ਸਕੈ ਕਾਲ। ਜਿਵੇਂ ਭਗਤ ਪ੍ਰਹਿਲਾਦ ਜੀ ਨੂੰ ਕਾਲ ਪੋਹ ਨਹੀਂ ਸੀਗਾ ਸਕਿਆ, ਹਰਨਾਕਸ਼ ਨੇ ਕਿੰਨਾ ਯਤਨ ਕੀਤਾ ਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜਲ ਅਗਨੀ ਵਿੱਚ ਘੱਤਿਆ ਜਲ ਹੈ ਨਾ ਡੂਬੈ ਗੁਰ ਪ੍ਰਸਾਦ। ਪਾਣੀ ਵਿੱਚ ਵੀ ਸੁੱਟਿਆ, ਪਹਾੜਾਂ ਤੋਂ ਵੀ ਸੁੱਟਿਆ, ਅੱਗ ਵਿੱਚ ਸਾੜਨ ਦਾ ਵੀ ਯਤਨ ਕੀਤਾ, ਪਰ ਰੱਤਾ ਭਾਵੇਂ ਕੋਈ ਥੋੜਾ ਜਿੰਨਾ ਵੀ ਆਂਚ ਨਹੀਂ ਸਰੀਰ ਤੇ ਆਵਣਾ ਕੀਤੀ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਕਾਲ ਨਹੀਂ ਪਹੁੰਚ ਸਕਦਾ ਜੋ ਵਾਹਿਗੁਰੂ ਦੇ ਨਾਮ ਦਾ ਸਰਵਣ ਕਰਦੇ ਹਨ। ਨਾਨਕ ਭਗਤਾ ਸਦਾ ਵਿਗਾਸ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਜਿਨ੍ਹਾਂ ਭਗਤਾਂ ਨੇ ਪਿਆਰ ਦੇ ਵਿੱਚ ਭੇਜ ਕੇ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਹੈ,
ਉਹਨਾਂ ਦੇ ਹਿਰਦੇ ਅੰਦਰ ਵਿਗਾਸ ਸਦਾ ਹੀ ਖੇੜਾ ਬਣਿਆ ਰਹਿੰਦਾ ਹੈ। ਹਿਰਦਾ ਕਮਲ ਦੀ ਤਰ੍ਹਾਂ ਉਹਨਾਂ ਦਾ ਆਨੰਦ ਸਹਿਤ ਹੋ ਕਰਕੇ ਰਹਿੰਦਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ। ਸੁਣਿਐ ਦੁਖ ਪਾਪ ਕਾ ਨਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਿੱਧੋ, ਪਰਮੇਸ਼ਰ ਦੇ ਨਾਮ ਨੂੰ ਸੁਣਨੇ ਕਰਕੇ ਕਹਿੰਦੇ ਹਨ ਜੋ ਜਗਤ ਅੰਦਰ ਜੀਵ ਨੂੰ ਲੱਗੇ ਹੋਏ ਦੁੱਖ ਹਨ, ਫਿਰ ਪੂਰਬਲੇ ਕਮਾਏ ਹੋਏ ਜਿਹੜੇ ਜੀਵ ਦੇ ਪਾਪ ਕਰਮ ਹਨ ਉਹ ਵੀ ਦੂਰ ਹੋ ਜਾਂਦੇ ਹੈ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜੋ ਉਚਾਰਨ ਕੀਤਾ ਹੈ, ਸੁਣਿਆ ਉਹ ਹੀ ਨਾ ਸਕੈ ਕਾਲ। ਕਹਿੰਦੇ ਹਨ ਜੋ ਵਾਹਿਗੁਰੂ ਦੇ ਨਾਮ ਦਾ ਸ਼ਰਵਣ ਕਰਦੇ ਹੈ ਨਾ, ਕਾਲ ਨਾਮ ਸਮੇਂ ਦਾ ਹੈ। ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਦੇ ਵਿੱਚੋਂ ਕੋਈ ਉਹ ਜੀਵ ਨੂੰ ਪੋ ਨਹੀਂ ਸਕਦਾ। ਭਾਵ ਉਹ ਕਾਲ ਦੇ ਅਧੀਨ ਨਹੀਂ, ਅਕਾਲ ਸਰੂਪ ਹੋ ਜਾਂਦੇ ਹਨ, ਪਰਮੇਸ਼ਰ ਸਰੂਪ ਹੀ ਹੋ ਜਾਂਦੇ ਹੈ ਜੋ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਦੇ ਹਨ। ਕਾਲ ਕਾਲਾ, ਤੇ ਕਾਲਾ ਕੀ ਹੈ? ਅਗਿਆਨ। ਅਗਿਆਨ ਵੀ ਉਹਨਾਂ ਨੂੰ ਪੋ ਨਹੀਂ ਸਕਦਾ। ਤੇ ਕਾਲ ਸਾਧ ਸੰਗਤ 'ਚ ਕੀ ਹਨ? ਪਾਪ ਕਰਮ। ਪਾਪ ਕਰਮ ਵੀ ਕਹਿੰਦੇ ਉਹਨਾਂ ਨੂੰ ਪੋ ਨਹੀਂ ਸਕਦੇ ਜੋ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦਾ ਸਰਵਣ ਕਰਦੇ ਹਨ। ਔਰ ਇਸ ਲਈ ਹਜ਼ੂਰ ਨੇ ਐਸਾ ਮਹਾਤਮ ਦਰਸਾਇਆ, ਕਹਿੰਦੇ ਨੇ ਤਿੰਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਸਰਵਣ ਕਰਨੇ ਕਰਕੇ ਹਿਰਦੇ ਅੰਦਰ ਆਨੰਦ ਖੇੜਾ ਬਣਿਆ ਰਹਿੰਦਾ ਹੈ। ਸੁਣਿਆ ਦੁਖ ਪਾਪ ਕਾ ਨਾਸ। ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਉਹਨਾਂ ਦੇ ਜੰਮਣ ਮਰਨ ਦੇ ਦੁੱਖ ਮਿਟ ਗਏ ਹਨ। ਔਰ ਇਸੇ ਪ੍ਰਕਾਰ ਕਮਾਏ ਹੋਏ ਪੂਰਬਲੇ ਜਨਮਾਂ ਦੇ ਬੇਅੰਤ ਕੀਤੇ ਹੋਏ ਪਾਪ ਕਰਮ ਉਹਨਾਂ ਦੇ ਮਿਟ ਗਏ ਹੈ। ਜਿਵੇਂ ਹਜ਼ੂਰ ਨੇ ਵਚਨ ਕੀਤਾ ਹੈ ਨਾ, ਭਾਵੇਂ ਬਹੁਤ ਵੱਡੇ ਲੱਕੜਾਂ ਦੇ ਢੇਰ ਇਕੱਠੇ ਕੀਤੇ ਹੋਣ, ਛੋਟੀ ਜਿਹੀ ਅੱਗ ਦੀ ਚੰਗਿਆੜੀ ਲਾ ਦਈਏ ਤੇ ਸਭ ਕੁਝ ਸਾੜ ਕਰਕੇ ਰਾਖ ਬਣਾ ਦਿੰਦੀ ਹੈ। ਇਸੇ ਪ੍ਰਕਾਰ ਵਾਹਿਗੁਰੂ ਦੇ ਨਾਮ ਰੂਪੀ ਚੰਗਿਆੜੀ ਜਿਨ੍ਹਾਂ ਨੇ ਪਾਪ ਕਰਮਾਂ ਰੂਪੀ ਲੱਕੜਾਂ ਨੂੰ ਲਾਈ ਹੈ, ਤਿਨਾਂ ਦੇ ਸਾਰੇ ਪਾਪ ਕਰਮ ਭਸਮ ਹੋ ਜਾਣਾ ਕੀਤੇ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਸਿੱਧੋ ਐਸਾ ਵਾਹਿਗੁਰੂ ਦੇ ਨਾਮ ਦਾ ਸੁਣਨ ਦਾ ਮਹਾਤਮ ਹੈ। ਸਾਧ ਸੰਗਤ ਜੀ, ਕਿੰਨਾ ਵੱਡਾ ਮਹਾਤਮ ਹੈ। ਜਦੋਂ ਸਤਿਗੁਰੂ ਜੀ ਜ਼ਿਲ੍ਹਾ ਮਿੰਟਗਮਰੀ ਪਿੰਡ ਦੀਪਾਲਪੁਰ ਦੇ ਵਿੱਚ ਗਏ ਹਨ, ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੋ ਖਿਨ ਮਾਤਰ ਸਮੇਂ ਵਿੱਚ ਖੰਡਾ ਬ੍ਰਹਮੰਡਾਂ ਦੀ ਉਤਪਤੀ ਕਰਨ ਵਾਲੇ ਹੈ, ਮਹਾਰਾਜ ਸੱਚੇ ਪਾਤਸ਼ਾਹ ਨਗਰ ਵਾਲਿਆਂ ਨੇ ਕਿਤੇ ਬੈਠਣ ਦੀ ਜਗ੍ਹਾ ਨਹੀਂ ਦਿੱਤੀ। ਸਤਿਗੁਰੂ ਜੀ ਦਾ ਨਿਰਾਦਰ ਕੀਤਾ ਤੇ ਹਜੂਰ ਨਗਰ ਤੋਂ ਬਾਹਰ ਵੱਲ ਜਾ ਕੇ ਬੈਠ ਗਏ। ਉੱਥੇ ਇੱਕ ਛੋਟੀ ਜਿਹੀ ਛੰਨ ਜਿਹੀ ਬਣੀ ਹੋਈ ਛਪਰੀ ਦੇ ਕੋਲ ਕੋਹੜੀ ਬੈਠਾ ਤੇ ਵਿਰਲਾਪ ਕਰ ਰਿਹਾ ਸੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਸ ਸਮੇਂ ਗੁਰਬਾਣੀ ਦਾ ਸ਼ਬਦ ਪੜ੍ਹ ਰਹੇ ਸਨ। ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਕਰਕੇ ਕੁਝ ਉਹਦੀ ਪੀੜਾ ਜਿਹੜੀ ਸੀ ਘਟ ਜਾਣਾ ਕੀਤੀ। ਜਦੋਂ ਸ਼ਾਮ ਦਾ ਵਕਤ ਹੋਇਆ, ਸੂਰਜ ਢਲ ਗਿਆ ਤੇ ਸਤਿਗੁਰਾਂ ਦੇ ਦੀਦਾਰ ਨਹੀਂ ਸੀ ਹੁੰਦੇ, ਫਿਰ ਉਸੇ ਤਰ੍ਹਾਂ ਪੀੜ ਹੋਣ ਲੱਗ ਪਈ। ਸਰੀਰ ਦੇ ਵਿੱਚੋਂ ਪਾਕ ਵਗਦੀ ਪਈ ਸੀ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ, ਮਹਾਰਾਜ ਕੋੜ ਦੇ ਰੋਗ ਹੋਣੇ ਕਰਕੇ ਮਹਾਰਾਜ ਮਨੁੱਖ ਤਾਂ ਕੀ ਕੋਈ ਪਸ਼ੂ ਪਰਿੰਦਾ ਵੀ ਮੇਰੇ ਨੇੜੇ ਨਹੀਂ ਬੈਠਦਾ, ਇਸ ਲਈ ਮਹਾਰਾਜ ਮੇਰਾ ਉਧਾਰ ਕਰੋ। ਤੁਹਾਡੇ ਦੀਦਾਰ ਕਰਕੇ ਮੇਰਾ ਦੁੱਖ ਦੂਰ ਹੋਇਆ। ਸਤਿਗੁਰੂ ਜੀ ਨੇ ਤਨਾਸਰੀ ਰਾਗ ਦੇ ਵਿੱਚ ਸਾਧ ਸੰਗਤ ਸ਼ਬਦ ਉਚਾਰਨ ਕੀਤਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰ ਲਾਏ। ਇਹ ਸ਼ਬਦ ਉਚਾਰਨ ਕਰਕੇ ਕੋੜ ਦਾ ਰੋਗ ਦੂਰ ਕੀਤਾ। ਕੰਚਨ ਵਰਗੀ ਦੇਹੀ ਉਹ ਕੋੜੀ ਦੀ ਹੋ ਗਈ। ਸਤਿਗੁਰੂ ਜੀ ਨੇ ਨਿਹਾਲ ਕਰ ਦਿੱਤਾ ਸ਼ਬਦ ਸਰਵਣ ਕਰਵਾ ਕੇ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨੇ ਕਰਕੇ ਦੁੱਖ ਵੀ ਦੂਰ ਹੋ ਜਾਂਦੇ ਹੈ, ਪਾਪ ਕਰਮਾਂ ਦੀ ਨਿਵਰਤੀ ਹੋ ਜਾਂਦੀ ਹੈ। ਇਹ ਸਰਵਣ ਦਾ ਸਾਧ ਸੰਗਤ ਜੀ ਮਹਾਤਮ ਹੈ। ਸਮਾਂ ਅੱਜ ਸੀਮਤ ਸੀਗਾ, ਇਸ ਲਈ ਸੰਖੇਪ ਰੂਪ ਦੇ ਵਿੱਚ ਇੰਨੀ ਕੋ ਵਿਚਾਰ ਸਾਧ ਸੰਗਤ ਜੀ ਆਪ ਜੀ ਨੇ ਪ੍ਰਵਾਨ ਕਰਨੀ, ਕਿਉਂਕਿ ਆਪ ਜੀ ਨੂੰ ਪਤਾ ਹੈ ਜੋ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅੰਗੀਠਾ ਸਾਹਿਬ ਆਰੰਭ ਹੋ ਰਹੇ ਹੈ। ਇਸੇ ਤਰ੍ਹਾਂ ਹੁਣ ਇੱਥੇ ਦਰਬਾਰ ਦੇ ਅੰਦਰ ਵੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਣੀ ਹੈ। ਫਿਰ ਦੀਵਾਨ ਹਾਲ ਦੇ ਵਿੱਚ ਸਾਧ ਸੰਗਤ ਦੀ ਆਰੰਭਤਾ ਹੋਣੀ ਹੈ। ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਜੀ
ਔਰ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।